ਬਿਲਾਵਲ। ਮਹੱਲਾ ਪੰਜਵਾ। ਪਾਣੀ ਪੱਖਾ ਪੀਸ ਦਾਸ ਕੈ, ਤਬ ਹੋਏ ਨਿਹਾਲ। ਰਾਜ ਮਿਲਖ ਸਿਕਦਾਰੀਆ, ਅਗਨੀ ਮਹਿ ਜਾਲ। ਪਾਣੀ ਪੱਖਾ ਪੀਸ ਦਾਸ ਕੈ, ਤਬ ਹੋਏ ਨਿਹਾਲ। ਰਾਜ ਮਿਲਖ ਸਿਕਦਾਰੀਆ, ਅਗਨੀ ਮਹਿ ਜਾਲ। ਸੰਤ ਜਨਾ ਕਾ ਛੋਹਰਾ, ਤਿਸ ਚਰਣੀ ਲਾਗ। ਮਾਇਆ ਧਾਰੀ ਛਤਰਪਤ, ਤਿਨ ਛੋਡੋ ਤਿਆਗ ਰਹਾਉ। ਸੰਤਨ ਕਾ ਦਾਨਾ ਰੂਖਾ, ਸੋ ਸਰਬ ਨਿਧਾਨ। ਗ੍ਰਹਿ ਸਾਕਤ ਛਤੀਹ ਪ੍ਰਕਾਰ, ਤੇ ਬਿਖੂ ਸਮਾਨ। ਭਗਤ ਜਨਾ ਕਾ ਲੂਗਰਾ, ਓਢ ਨਗਨ ਨਾ ਹੋਈ। ਸਾਕਤ ਸਿਰ ਪਾਉ ਰੇਸ਼ਮੀ, ਪਹਿਰਤ ਪਤ ਖੋਈ। ਸਾਕਤ ਸਿਉ ਮੁਖ ਜੋਰਿਆ, ਅੱਧ ਵਿੱਚੋਂ ਟੂਟਾ। ਹਰ ਜਨ ਕੀ ਸੇਵਾ ਜੋ ਕਰੇ, ਇਤ ਊਤਾ ਛੂਟਾ। ਸਭ ਕਿਛ ਤੁਮ ਹੀ ਤੇ ਹੋਆ, ਆਪ ਬਣਤ ਬਣਾਈ। ਦਰਸ਼ਨ ਭੇਟਤ ਸਾਧਕਾ, ਨਾਨਕ ਗੁਣ ਗਾਈ। ਸਭ ਕਿਛ ਤੁਮ ਹੀ ਤੇ ਹੋਆ, ਆਪ ਬਣਤ ਬਣਾਈ। ਦਰਸ਼ਨ ਭੇਟਤ ਸਾਧਕਾ, ਨਾਨਕ ਗੁਣ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सन्मान योग सत्कार योग गुरु की साजी और नवाजी हुई। गुरु का खास रूप गुरु खालसा साध संगत जीओ। ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਪਾਤਸ਼ਾਹ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮੇਲ ਸਾਧ ਸੰਗਤ ਭਾਜ ਕੇਵਲ ਨਾਮ। ਵੱਡਿਆਂ ਭਾਗਾਂ ਵਾਲੇ ਹੋ ਕਿ ਸਤਿਗੁਰਾਂ ਦੀ ਦਇਆ ਮਾਇਆ ਨਾਲ ਸਾਨੂੰ ਇਹ ਸਾਰਿਆਂ ਨੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਦੀ ਸਮਾਪਤੀ ਉਪਰੰਤ
ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਹੁਣੇ ਸਰਵਣ ਕੀਤੇ ਹਨ। ਮਨ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਪਵਿੱਤਰ ਪਾਵਨ ਸ੍ਰੀ ਮੁਖਵਾਕ ਸ਼ਬਦ ਹੈ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਨਿਰੰਕਾਰ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੋਭਾ, ਉਹਨਾਂ ਦੀ ਵਡਿਆਈ ਸਤਿਗੁਰੂ ਜੀ ਨੇ ਗੁਰਬਾਣੀ 'ਚ ਬਹੁਤ ਥਾਈਂ ਕਹੀ ਕਿ ਜਿਹੜੇ ਪਰਮੇਸ਼ਰ ਦੀ ਭਗਤੀ ਕਰਕੇ ਪਰਮੇਸ਼ਰ ਵਿੱਚ ਇਕਮਿਕ ਹੋ ਗਏ ਨੇ, ਉਹਨਾਂ ਮਹਾਂਪੁਰਸ਼ਾਂ, ਉਹਨਾਂ ਗੁਰਸਿੱਖਾਂ, ਉਹਨਾਂ ਭਗਤਾਂ ਦੀ ਸੋਭਾ ਹੈ। ਨਾਮ ਵਿਹੂਣੇ ਬੰਦੇ ਵੀ ਨੇ ਸੰਸਾਰ 'ਚ, ਜਿਹੜੇ ਨਿਰੰਕਾਰ ਪਰਮੇਸ਼ਰ ਦੇ ਨਾਮ ਤੋਂ ਭੁੱਲੇ ਹੋਏ ਹਨ। ਉਹਨਾਂ ਬਾਬਤ ਵੀ ਸਤਿਗੁਰਾਂ ਨੇ ਗੁਰਬਾਣੀ 'ਚ ਜ਼ਿਕਰ ਕੀਤਾ। ਉਹਨਾਂ ਬਾਬਤ ਪਾਤਸ਼ਾਹ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁੰਝੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੂਏ ਕਰੰਝਾ। ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਭਈ ਮਹਤਾਰੀ। ਇਹ ਤਾੜਨਾ ਕੀਤੀ ਹੈ ਸਤਿਗੁਰਾਂ ਨੇ। ਤੇ ਜੇ ਨਾਮ ਜਪਣ ਵਾਲੇ ਨੇ ਤੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਜਨਨੀ ਧਨ ਹੈ, ਉਹਨਾਂ ਦੀ ਮਾਤਾ ਧਨ ਹੈ, ਜਿਨ੍ਹਾਂ ਨੇ ਜਿਸ ਮਾਤਾ ਦੇ ਉਦਰ ਤੋਂ ਐਸੇ ਨਾਮ ਜਪਣ ਵਾਲੇ ਰੱਬ ਦੇ ਭਗਤ ਪੈਦਾ ਹੋਏ ਨੇ। ਤੋ ਸੰਤ ਜਨਾਂ ਦੀ ਸੋਭਾ ਸਤਿਗੁਰਾਂ ਨੇ ਵਰਣਨ ਕੀਤੀ। ਅੱਜ ਦੇ ਸ਼ਬਦ ਵਿੱਚ ਵੀ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਦੀ ਵਡਿਆਈ ਹੈ। ਪਾਰ ਬ੍ਰਹਮ ਪਰਮੇਸ਼ਰ ਦੀ ਖੁਸ਼ੀ, ਅਕਾਲ ਪੁਰਖ ਦੀ ਖੁਸ਼ੀ ਇਸੇ ਵਿੱਚ ਹੈ ਕਿ ਉਹ ਆਪਣਿਆਂ ਭਗਤਾਂ, ਆਪਣਿਆਂ ਪਿਆਰਿਆਂ ਦੀ ਵਡਿਆਈ ਵੇਖ ਕੇ ਬੜਾ ਖੁਸ਼ ਹੁੰਦਾ। ਜਿਵੇਂ ਕੋਈ ਪਿਤਾ ਆਪਣੇ ਬੱਚਿਆਂ ਦੀ ਕਾਮਯਾਬੀ ਤੇ ਖੁਸ਼ ਹੁੰਦਾ ਨਾ, ਉਹਦੇ ਬੱਚੇ ਨੂੰ ਕੋਈ ਰੁਤਬਾ ਮਿਲੇ, ਕੋਈ ਵਡਿਆਈ ਮਿਲੇ, ਕੋਈ ਸੋਭਾ ਮਿਲੇ, ਕਿਸੇ ਖੇਡ ਵਿੱਚ ਜਿੱਤ ਜਾਵੇ, ਤਾਂ ਪਿਤਾ ਦੇ ਮਨ 'ਚ ਬਹੁਤ ਵੱਡੀ ਭਾਰੀ ਖੁਸ਼ੀ ਹੁੰਦੀ ਹੈ। ਪੁੱਤਰ ਨੂੰ ਵਡਿਆਈ ਮਿਲੇ ਤਾਂ ਵੀ ਪਿਤਾ ਦੇ ਮਨ 'ਚ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਉਦੋਂ ਬਹੁਤ ਪ੍ਰਸੰਨ ਹੁੰਦਾ ਜਦੋਂ ਉਹਦੇ ਭਗਤਾਂ ਦੀ ਵਡਿਆਈ ਹੁੰਦੀ ਹੈ, ਉਹਦੇ ਭਗਤਾਂ ਦੀ ਸੋਭਾ ਹੁੰਦੀ ਹੈ। ਇਸ ਕਰਕੇ ਉਹ ਆਪਣੇ ਭਗਤਾਂ ਦਾ ਪ੍ਰਤਾਪ ਸੰਸਾਰ 'ਚ ਪ੍ਰਗਟ ਕਰਦਾ। ਤੋ ਗੁਰਦੇਵ ਕਹਿੰਦੇ ਜਿਹੜੇ ਇਹੋ ਜਿਹੇ ਰੱਬ ਦੇ ਪਿਆਰੇ ਹਨ, ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਮੈਂ ਉਹਨਾਂ ਦੇ ਘਰ ਜਾ ਕੇ ਉਹਨਾਂ ਦਾ ਪਾਣੀ ਢੋਵਾਂ। ਪਾਣੀ ਢੋਵਾਂ ਉਹਨਾਂ ਦੇ ਘਰ ਜਾ ਕੇ, ਜਲ ਢੋਣ ਦੀ ਸੇਵਾ ਕਰਾਂ। ਖਾਲਸਾ ਜੀ ਉੱਤਮ ਸੇਵਾ ਹੈ ਜਲ ਦੀ। ਕਿਸੇ ਪਿਆਸੇ ਨੂੰ ਜਲ ਛਕਾਣਾ ਉੱਤਮ ਸੇਵਾ ਹੈ। ਰੱਬ ਦੇ ਪਿਆਰਿਆਂ ਦੇ ਘਰ ਵਿੱਚ ਜਲ ਢੋਣ ਦੀ ਸੇਵਾ ਉੱਤਮ ਸੇਵਾ ਹੈ। ਪਰ ਜਲ ਇਤਨਾ ਕੀਮਤੀ ਸਰੋਤ ਹੈ ਕੁਦਰਤ ਦਾ ਕਿ ਇਹਦੀ ਸੰਭਾਲ
ਕਰਨ ਵਾਸਤੇ ਸਾਨੂੰ ਤਤਪਰ ਹੋਣਾ ਪਵੇਗਾ। ਨਹੀਂ ਤਾਂ ਜਿਵੇਂ ਦੱਸਿਆ ਜਾਂਦਾ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਦੂਰ ਦੂਰ ਤੱਕ ਪਾਣੀ ਦੀ ਭਾਲ ਕਰਿਆ ਪਾਣੀ ਨਾ ਮਿਲੇ। ਵੈਸੇ ਤਾਂ ਪਰਮੇਸ਼ਰ ਨੇ ਕੁਦਰਤ ਵਿੱਚ ਜੋ ਪਾਇਆ ਇੱਕੋ ਵੇਰੀ ਪਾ ਦਿੱਤਾ ਹੈ। ਕਈ ਵੇਰੀ ਕਾਲ ਪੈਂਦਾ ਹੈ, ਕਈ ਵੇਰੀ ਮੁੜ ਕੇ ਫਿਰ ਉਸੇ ਤਰ੍ਹਾਂ ਜ਼ਮੀਨੀ ਪਾਣੀ ਜਿਹੜਾ ਥੱਲੇ ਚਲਿਆ ਜਾਂਦਾ ਹੈ, ਕਈ ਵੇਰੀ ਲਹਿਰ ਆਉਂਦੀ ਹੈ, ਪਾਣੀ ਉੱਪਰ ਨੂੰ ਆ ਜਾਂਦਾ ਹੈ। ਪਰ ਕੁਦਰਤੀ ਸਰੋਤ ਨੇ ਪਰਮੇਸ਼ਰ ਦੇ, ਇਹਨਾਂ ਦੀ ਸੰਭਾਲ ਕਰਨੀ ਚਾਹੀਏ। ਅੱਜ ਤੋਂ 20-50 ਸਾਲ ਪਹਿਲਾਂ ਪਿੱਛੇ ਚਲੇ ਜਾਈਏ ਤੇ ਉਦੋਂ ਲੋਕ ਕਦੇ ਸੋਚ ਵੀ ਨਹੀਂ ਸਨ ਸਕਦੇ ਕਿ ਪਾਣੀ ਬੋਤਲਾਂ 'ਚ ਭਰ ਕੇ ਵਿਕਿਆ ਕਰੂ, ਪਰ ਹੁਣ ਇਹ ਸਭ ਕੁਝ ਸੰਭਵ ਹੈ। ਸੋ ਇਸ ਤਰ੍ਹਾਂ ਜਲ ਦੀ ਸੇਵਾ ਉੱਤਮ ਸੇਵਾ ਹੈ। ਗੁਰੂ ਘਰਾਂ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਪਾਣੀ, ਕਿਉਂਕਿ ਸੰਗਤ ਦਾ ਪ੍ਰਬੰਧ ਹੈ, ਸੰਗਤਾਂ ਆਉਂਦੀਆਂ ਹਨ, ਸੇਵਾ ਭਾਵ ਹੁੰਦਾ ਹਿਰਦੇ ਵਿੱਚ, ਕਰਨੀ ਚਾਹੀਏ। ਪਰ ਇਹ ਵੇਖਣਾ ਚਾਹੀਦਾ ਹੈ ਕਿ ਕਿਤੇ ਅਸੀਂ ਕੋਈ ਪਾਣੀ ਅਜਾਈ ਤਾਂ ਨਹੀਂ ਗਵਾ ਰਹੇ, ਜਲ ਅਜਾਈ ਤਾਂ ਨਹੀਂ ਗਵਾ ਰਹੇ। ਵੀ ਜਿੱਥੇ ਇੱਕ ਨੇ ਬਾਲਟੀ ਭਰ ਕੇ ਪਹਿਲਾਂ ਰੋੜ ਦਿੱਤੀ ਹੈ, ਦੁਬਾਰਾ ਫਿਰ 2 ਘੰਟਿਆਂ ਬਾਅਦ ਉੱਥੇ ਹੀ ਆ ਕੇ ਪਾਣੀ ਦੀ ਬਾਲਟੀ ਭਰ ਕੇ ਰੋੜੀ ਜਾਓ, ਭਾਵੇਂ ਉੱਥੇ ਗੰਦਗੀ ਹੋਵੇ ਨਾ ਹੋਵੇ। ਕਿਤੇ ਅਸੀਂ ਵੇਖਾ ਵੇਖੀ ਤਾਂ ਨਹੀਂ ਕਰੀ ਜਾ ਰਹੇ। ਤੋ ਜਲ ਸੰਭਾਲਣ ਦਾ ਯਤਨ ਕਰਨਾ ਚਾਹੀਦਾ। ਤੋ ਪਾਤਸ਼ਾਹ ਕਹਿੰਦੇ ਆਪਣੇ ਸਾਹਿਬ ਦੇ, ਆਪਣੇ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਭਗਤਾਂ ਦੇ ਘਰ ਵਿੱਚ ਮੈਂ ਪਾਣੀ ਢੋਵਾਂ, ਫਿਰ ਉਹਨਾਂ ਨੂੰ ਪੱਖਾ ਝੱਲਾਂ। ਪਾਣੀ ਦੂਸਰੀ ਸੇਵਾ ਹੈ ਪੱਖਾ ਝੱਲਣ ਦੀ, ਉਹਨਾਂ ਨੂੰ ਪੱਖਾ ਝੱਲਾਂ। ਫਿਰ ਪੀਸ ਦਾਸ ਕਹਿ। ਅੱਜ ਕੱਲ ਤਾਂ ਚਲੋ ਚੱਕੀਆਂ ਲੱਗ ਗਈਆਂ ਆਟੇ ਵਾਲੀਆਂ, ਪਹਿਲਾਂ ਹੱਥਾਂ ਵਾਲੀਆਂ ਪੁੜਾਂ ਵਾਲੀਆਂ ਚੱਕੀਆਂ ਹੁੰਦੀਆਂ ਸਨ। ਉਹਨਾਂ ਚੱਕੀਆਂ ਵਿੱਚ ਆਪ ਸਵਾਣੀਆਂ ਬਹਿ ਕੇ ਆਟਾ ਪੀਂਦੀਆਂ ਸੀ। ਮਰਜ਼ੀ ਨਾਲ ਆਟਾ ਪੀਸ ਕੇ ਉਹਨਾਂ ਕੁ ਤਾਜ਼ਾ ਆਟਾ ਪੀਸਣਾ ਜਿੰਨਾ ਕਿ 1-2 ਸਮੇਂ 'ਚ ਪੱਕ ਜਾਣਾ, ਅਗਲੇ ਦਿਨ ਫਿਰ ਨਵਾਂ ਪੀਸ ਲੈਣਾ। ਤੋ ਰੱਬ ਦੇ ਪਿਆਰਿਆਂ ਦੇ ਘਰਾਂ ਦੇ ਵਿੱਚ ਕਹਿੰਦੇ ਮੈਂ ਉਹਨਾਂ ਦਾ ਪੀਸਣਾ ਪੀਸ ਕਮਾਵਾਂ, ਉਹਨਾਂ ਦੀ ਚੱਕੀ ਪੀਸਾਂ, ਯਾਨੀ ਕਿ ਬੇਨਿਮਰਤਾ ਸਹਿਤ ਉਹਨਾਂ ਦੀ ਸੇਵਾ ਕਰਾਂ। ਜਦੋਂ ਐਸੀ ਸੇਵਾ ਕਰਾਂਗੇ ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਦੇ ਪਾਸ ਜਾ ਕੇ, ਤਾਂ ਮਹਾਰਾਜ ਜੀ ਕਹਿੰਦੇ ਤਬ ਹੋਏ ਨਿਹਾਲ, ਫਿਰ ਨਿਹਾਲ ਹੋ ਜਾਵਾਂਗੇ, ਸੰਤੁਸ਼ਟ ਹੋ ਜਾਵਾਂਗੇ, ਸਰਬ ਪ੍ਰਕਾਰ ਨਾਲ ਸੁਖੀ ਹੋ ਜਾਵਾਂਗੇ। ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਦੀ ਸੇਵਾ ਕੀਤਿਆਂ ਇਹ ਜੀਵ ਨਿਹਾਲ ਹੋ ਜਾਂਦਾ, ਸੰਤੁਸ਼ਟ ਹੋ ਜਾਂਦਾ, ਸੁਖੀ ਹੋ ਜਾਂਦਾ। ਤੋ ਇਹ ਸੇਵਾ ਕਰਕੇ ਕਹਿੰਦੇ ਫਿਰ ਉਦੋਂ ਤੂੰ ਨਿਹਾਲ ਹੋਵੇਂਗਾ ਜਦੋਂ ਰੱਬ ਦੇ ਪਿਆਰਿਆਂ ਦੇ ਘਰ ਵਿੱਚ ਇਸ ਤਰ੍ਹਾਂ ਦੀ ਸੇਵਾ ਟਹਿਲ ਕਮਾਵੇ। ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲ। ਇਹ ਭਾਈ ਜੇ ਤੇਰੇ ਕੋਲ ਕੋਈ ਰਾਜ ਪਦਵੀ ਹੈ ਜਾਂ ਤੇਰੇ ਕੋਲ ਕੋਈ ਜਗੀਰ ਹੈ, ਮਿਲਖ ਕਹਿੰਦੇ ਨੇ ਜਗੀਰ ਨੂੰ, ਜਾਂ ਤੇਰੇ ਕੋਲ ਕੋਈ ਸਿਕਦਾਰੀ ਹੈ, ਤਾਂ ਉਹਦਾ ਜਿਹੜਾ ਹੰਕਾਰ ਹੈ ਨਾ ਵੀ ਮੈਂ ਰਾਜਾ ਹਾਂ, ਮੇਰੇ ਕੋਲ ਜ਼ਮੀਨ ਜਾਇਦਾਦ ਹੈ, ਮੈਂ ਜਗੀਰਦਾਰ ਹਾਂ, ਇਹ ਜਿਹੜਾ ਹੰਕਾਰ ਹੈ, ਇਸ ਹੰਕਾਰ ਨੂੰ ਬ੍ਰਹਮ ਗਿਆਨ ਦੀ ਅੱਗ ਦੇ ਵਿੱਚ ਸਾੜ ਦੇ। ਕਿਸੇ ਜਗੀਰ ਦਾ, ਜ਼ਮੀਨ ਦਾ ਜਾਂ ਰਾਜ ਪੁਣੇ ਦਾ ਹੰਕਾਰ ਨਾ ਕਰੀ। ਇਸ ਹੰਕਾਰ ਨੂੰ ਅਗਨੀ ਮਹਿਜਾਲ, ਇਹਨੂੰ ਬ੍ਰਹਮ ਗਿਆਨ ਦੀ ਅੱਗ ਦੇ ਵਿੱਚ ਸਾੜ ਕੇ ਸਵਾਹ ਕਰ ਦੇ, ਕਿਉਂਕਿ ਐਸਾ ਹੰਕਾਰ ਮੇਰੇ ਪ੍ਰਭੂ ਨੂੰ ਨਹੀਂ ਪਾਉਂਦਾ, ਮੇਰੇ ਪ੍ਰਭੂ ਨੂੰ ਚੰਗਾ ਨਹੀਂ ਲੱਗਦਾ। ਸੰਤ ਜਨਾ ਕਾ ਛੋਹਰਾ ਤਿਸ ਚਰਣੀ ਲਾਗ। ਛੋਹਰਾ ਆਂਬਾਲੇ ਦਾ ਇਲਾਕਾ, ਇੱਧਰ ਬਨੂੜ ਆਨੰਦਪੁਰ ਸਾਹਿਬ ਤੱਕ ਦਾ ਜਿਹੜਾ ਇਲਾਕਾ ਹੈ ਨਾ, ਇਹ
ਪੁਆਧ ਦਾ ਇਲਾਕਾ ਹੈ। ਪੁਆਧ ਦੇ ਇਸ ਇਲਾਕੇ ਵਿੱਚ ਪੁਆਧੀ ਬੋਲੀ ਬੋਲੀ ਜਾਂਦੀ ਹੈ। ਹਰ ਖਿੱਤੇ ਦੀ ਬੋਲੀ ਹਰ 20 ਮੀਲ ਤੇ 10 ਕੋਹ ਦੇ ਉੱਤੇ ਬੋਲੀ ਬਦਲ ਜਾਂਦੀ ਹੈ, ਸ਼ਬਦ ਬਦਲ ਜਾਂਦੇ ਹੈ। ਆਪਾਂ ਪਟਿਆਲੇ ਰਹਿੰਦੇ ਆ, ਇੱਥੇ ਦੇ ਸ਼ਬਦ ਕੋਸ਼ ਹੋਰ ਨੇ। ਕੁਝ ਸ਼ਬਦਾਂ ਥੋੜਾ ਜਿਹਾ ਅੱਗੇ ਇੱਧਰ ਨੂੰ ਭਵਾਨੀਗੜ੍ਹ ਸੰਗਰੂਰ ਨੂੰ ਚਲੇ ਜਾਈਏ, ਉੱਥੇ ਹੋਰ ਬੋਲੀ ਬਦਲ ਜਾਂਦੀ, ਬਠਿੰਡੇ ਤਾਈਂ ਹੋਰ ਬਦਲ ਜਾਂਦੀ, ਇੱਧਰ ਜਲੰਧਰ ਲੁਧਿਆਣੇ ਨੂੰ ਜਾਈਏ ਤੇ ਹੋਰ ਬੋਲੀ ਬਦਲ ਜਾਂਦੀ, ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਹੋਰ। ਏਦਾਂ ਪੁਆਧ ਦੇ ਇਲਾਕੇ ਦੀ ਪੁਆਧੀ ਬੋਲੀ ਵਿੱਚ ਛੋਹਰਾ ਕਹਿੰਦੇ ਆ ਛੋਟੇ ਜਿਹੇ ਸੇਵਕ ਨੂੰ, ਲੜਕੇ ਨੂੰ ਵੀ ਕਹਿ ਦਿੰਦੇ ਆ। ਤਾਂ ਕਿਸਕਾ ਛੋਹਰਾ ਬਈ, ਏਦਾਂ ਉਹ ਪੁੱਛਦੇ, ਕਿਸਕਾ ਛੋਹਰਾ ਤੈਂ? ਆਪਾਂ ਕਹਿੰਦੇ ਆ ਵੀ ਕਿਹਦਾ ਲੜਕਾ ਹੈ ਤੂੰ, ਕਿਹਦਾ ਪੁੱਤ ਹੈ? ਉਹ ਪੁੱਛਦੇ ਕਿਸਕਾ ਛੋਹਰਾ ਤੈਂ? ਛੋਹਰਾ ਸੇਵਕ ਨੂੰ ਵੀ ਕਹਿੰਦੇ ਆ, ਛੋਹਰਾ ਦਾਸ ਨੂੰ ਵੀ ਕਹਿੰਦੇ ਆ। ਕਹਿੰਦੇ ਸੰਤ ਜਨਾਂ ਦਾ ਕੋਈ ਛੋਟਾ ਜਿਹਾ ਸੇਵਕ ਹੋਵੇ, ਛੋਹਰਾ, ਇਹਦਾ ਅਰਥ ਹੋਵੇਗਾ ਛੋਟਾ ਜਿਹਾ ਸੇਵਕ। ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਦੀ ਸੇਵਾ ਕਰਨ ਵਾਲਾ ਕੋਈ ਸੇਵਕ ਹੋਵੇ, ਕਹਿੰਦੇ ਮੈਂ ਉਹਦੇ ਚਰਨੀ ਲੱਗਾ, ਉਹਦੇ ਚਰਨਾਂ ਤੇ ਪ੍ਰਣਾਮ ਕਰਾਂ ਵੀ ਤੂੰ ਧੰਨ ਹੈ ਕਿ ਤੂੰ ਰੱਬ ਦੇ ਪਿਆਰਿਆਂ ਦੀ ਸੇਵਾ ਕਰਦਾ, ਤੂੰ ਧੰਨ ਹੈ। ਕਹਿੰਦੇ ਉਹਦੇ ਚਰਨੀ ਲੱਗਾ, ਉਹਦੇ ਚਰਨਾਂ ਤੇ ਪ੍ਰਣਾਮ ਕਰਾਂ ਜਿਹੜਾ ਕੋਈ ਸੰਤ ਜਨਾਂ ਦਾ ਸੇਵਕ ਹੈ। ਮਾਇਆ ਧਾਰੀ ਛਤਰਪਤ ਤਿਨ ਛੋਡੋ ਤਿਆਗ। ਦੂਜੇ ਪਾਸੇ ਕੋਈ ਮਾਇਆ ਧਾਰੀ ਅੰਨਾ ਬੋਲਾ ਹੰਕਾਰੀ ਬੰਦਾ ਹੈ, ਛਤਰਪਤੀ ਰਾਜਾ ਹੀ ਕਿਉਂ ਨਾ ਹੋਵੇ ਉਹ, ਜੇ ਉਹ ਹੰਕਾਰੀ ਆ, ਰੱਬ ਦੀ ਬੰਦਗੀ ਤੋਂ ਸਖਣਾ, ਪਰਮੇਸ਼ਰ ਦੀ ਭਗਤੀ ਤੋਂ ਵਿਹੋਣਾ, ਤੇ ਕਹਿੰਦੇ ਇਹੋ ਜਿਹੇ ਛਤਰਪਤੀ ਰਾਜੇ ਨੂੰ ਛੱਡ ਕੇ ਤਿਆਗ ਕੇ ਮੈਂ ਇੱਕ ਪਾਸੇ ਹੋ ਜਾਵਾਂ। ਤੇ ਦੂਜੇ ਪਾਸੇ ਸੰਤ ਜਨਾਂ ਦਾ ਕੋਈ ਛੋਟਾ ਜਿਹਾ ਸੇਵਕ ਹੋਵੇ, ਉਹਦੇ ਚਰਨੀ ਲੱਗਾ, ਉਹਦੇ ਚਰਨਾਂ ਤੇ ਪ੍ਰਣਾਮ ਕਰਾਂ। ਤੇ ਜੇ ਕੋਈ ਮਾਇਆ ਧਾਰੀ ਅੰਨਾ ਬੋਲਾ ਹੰਕਾਰੀ ਹੈ, ਛਤਰਪਤੀ ਰਾਜਾ ਹੀ ਕਿਉਂ ਨਾ ਹੋਵੇ, ਤਿੰਨ ਛੋਡੋ ਤਿਆਗ, ਮੈਂ ਉਹਨੂੰ ਛੱਡ ਕੇ ਤਿਆਗ ਕੇ ਪਾਸੇ ਹੋ ਜਾਵਾਂ। ਰਹਾਉ ਸੰਤਨ ਕਾ ਦਾਣਾ ਰੁਖਾ ਸੋ ਸਰਬ ਨਿਧਾਨ। ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਦੇ ਘਰ ਦਾ ਰੁੱਖਾ ਸੁੱਖਾ ਮਿਲ ਜਾਏ, ਕਹਿੰਦੇ ਮੈਂ ਉਹਨੂੰ ਸਾਰੇ ਖਜ਼ਾਨੇ ਸਮਝ ਕੇ ਛਕ ਲਵਾਂ, ਇਹਦੇ 'ਚ ਸਾਰੇ ਖਜ਼ਾਨੇ ਨੇ। ਸਤਿਪੁਰਸ਼ਾਂ ਦੇ ਘਰ ਵਿੱਚ ਜਿਹੜਾ ਕੁਝ ਪਦਾਰਥ ਮਿਲ ਜੇ ਛਕਣ ਨੂੰ ਰੁੱਖਾ ਸੁੱਖਾ, ਉਹ ਭਾਈ ਅੰਮ੍ਰਿਤ ਹੀ ਹੁੰਦਾ ਹੈ। ਨਾਮ ਜਪਣ ਵਾਲੀਆਂ ਗੁਰਮੁਖ ਰੂਹਾਂ ਦੇ ਘਰ ਵਿੱਚ ਬਾਣੀ ਪੜ੍ਹ ਕੇ ਭਜਨ ਕਰਕੇ ਬਣਿਆ ਕੋਈ ਵੀ ਪਦਾਰਥ ਹੈ, ਉਹ ਅੰਮ੍ਰਿਤ ਰੂਪ ਹੀ ਹੋ ਜਾਂਦਾ ਹੈ। ਇਸ ਕਰਕੇ ਸੰਤ ਜਨਾਂ ਦਾ ਰੁੱਖਾ ਸੁੱਖਾ ਵੀ ਮੇਰੇ ਵਾਸਤੇ ਸਰਬ ਨਿਧੀਆਂ ਦਾ ਖਜ਼ਾਨਾ। ਮੈਂ ਅਕਸਰ ਅੱਗੇ ਵੀ ਕਈ ਵਾਰੀ ਬੇਨਤੀ ਕਰਦਾ ਹੁੰਨਾ, ਇੱਕ ਮਹਾਂਪੁਰਸ਼ ਮਹਾਤਮਾ ਸੰਤ ਬਾਬਾ ਸਾਵਣ ਸਿੰਘ ਜੀ ਮਹਾਤਮਾ ਹੋਏ, ਮਹਾਂਪੁਰਸ਼, ਇੱਧਰ ਰਵਾਲੋਂ ਦੇ ਇਲਾਕੇ 'ਚ, ਅੰਬਾਲੇ ਦੇ ਨੇੜੇ ਰਵਾਲੋਂ ਪਿੰਡ, ਉੱਥੇ ਰਿਹਾ ਕਰਦੇ ਸੀ। ਬਹੁਤ ਸੰਗਤ ਉਹਨਾਂ ਦੀ ਕੀਤੀ, ਦਰਸ਼ਨ ਕੀਤੇ। ਉਹ 8 ਪਹਿਰੀ ਖਿਚੜੀ ਛਕਦੇ ਸਨ, ਆਪ ਹੀ ਬਣਾਉਣੀ। 100 ਸਾਲ ਤੋਂ ਉੱਪਰ ਉਮਰ ਹੋਈ ਉਹਨਾਂ ਦੀ, ਕੋਈ ਚੇਲਾ ਚਾਟੜਾ ਨਹੀਂ ਰੱਖਿਆ ਆਪਣੇ ਪਾਸ, ਆਪ ਹੀ ਹੱਠ ਤਪ ਕਰਨਾ। ਬਹੁਤ ਸਾਰੇ ਗੁਰੂ ਘਰਾਂ ਦੀ ਸੇਵਾ ਪਿੰਡਾਂ ਨਗਰਾਂ 'ਚ ਕਰਾ ਕੇ ਮੁੜ ਕੇ ਉੱਥੇ ਰਹਿੰਦੇ ਨਹੀਂ, ਅੱਗੇ ਅਗਲੇ ਪਿੰਡ ਚਲੇ ਜਾਂਦੇ। ਤਿਆਗੀ ਮਹਾਂਪੁਰਸ਼ ਸਨ। ਉਹਨਾਂ ਖਿਚੜੀ ਬਣਾਉਣੀ, ਆਪ ਰੱਖ ਲੈਣੀ ਚੁੱਲ੍ਹੇ ਦੇ ਉੱਤੇ, ਨਾਲੇ ਭਜਨ ਕਰੀ ਜਾਣਾ, ਤੇ ਖਿਚੜੀ ਵਿੱਚ ਸਾਰਾ ਕੁਝ ਹੀ ਪਾ ਦੇਣਾ, ਸਬਜ਼ੀਆਂ ਭਾਜੀਆਂ ਚਾਵਲ ਇਕੱਠੇ ਹੀ ਰਿੰਨੀ ਜਾਣੇ। ਛੋਟੀ ਜਿਹੀ ਇੱਕ ਪਤੀਲੀ ਹੋਣੀ ਬਣਾਣੀ ਆਪਣੇ ਵਾਸਤੇ, ਜਦੋਂ ਕਿਸੇ ਨੇ ਚਲੇ ਜਾਣਾ ਸਾਡੇ ਵਰਗਿਆਂ ਨੇ ਉਹਨੂੰ ਵੀ ਵਿੱਚੋਂ ਛਕਾਈ ਜਾਣੀ। ਉਹ ਸਮਾਪਤ ਹੀ ਨਹੀਂ ਸੀ ਹੁੰਦੀ, ਪਰ ਉਹ ਅੰਮ੍ਰਿਤ ਰੂਪ ਹੀ ਹੋ ਜਾਇਆ ਕਰਦੀ, ਕਿਉਂਕਿ ਬਾਣੀ ਪੜ੍ਹਨ ਵਾਲੇ ਗੁਰਮੁਖਾਂ ਦੇ ਹੱਥੀਂ ਬਣਿਆ ਹੋਇਆ ਭੋਜਨ
ਉਹ ਅੰਮ੍ਰਿਤ ਰੂਪ ਹੀ ਹੋ ਜਾਂਦਾ, ਕਿਉਂਕਿ ਉਹ ਬਾਣੀ ਪੜ੍ਹ ਕੇ ਉਹਦੀ ਬਾਣੀ ਦੀ ਕਲਾ ਉਹਦੇ ਤੇ ਨਾਲ ਨਾਲ ਵਰਤ ਜਾਂਦੀ ਹੈ। ਤੋ ਗੁਰਬਾਣੀ ਦਾ ਅਸਰ ਹੈ, ਜੜ ਚੀਜ਼ਾਂ ਵੀ ਕਬੂਲ ਦੀਆਂ ਨੇ ਗੁਰੂ ਖਾਲਸਾ ਜੀ। ਤੋ ਸੰਤ ਜਨਾਂ ਦਾ ਕਹਿੰਦੇ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ। ਸਤਿਪੁਰਸ਼ਾਂ ਦਾ ਰੁੱਖਾ ਸੁੱਖਾ ਭੋਜਨ ਮਿਲ ਜਾਏ, ਕਹਿੰਦੇ ਉਹ ਵੀ ਸਰਬ ਨਿਧੀਆਂ ਦਾ ਖਜ਼ਾਨਾ ਹੈ। ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਸਾਕਤ ਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਬਣੇ ਹੋਣ। ਜਿਹੜਾ ਸਾਕਤ ਤੇ ਦੁਰਜਨ ਬੰਦਾ ਹੈ, ਉਹਦੇ ਘਰ 'ਚ 36 ਪ੍ਰਕਾਰ ਦੇ ਪਕਵਾਨ ਹੋਣ ਤੇ ਉਹ ਵੀ ਜ਼ਹਿਰ ਦੇ ਸਮਾਨ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਮਲਕ ਭਾਗੋ, ਲੋਕਾਂ ਨੂੰ ਤੇਰੇ ਘਰ ਵਿੱਚ ਬਣੇ ਪੂੜੇ ਪਕਵਾਨ ਭਾਂਤ ਭਾਂਤ ਦੀ ਖੀਰ ਵੀ ਨਜ਼ਰ ਆਉਂਦੀ ਹੈ, ਪਰ ਮੈਨੂੰ ਇਹਦੇ ਵਿੱਚ ਖੂਨ ਦਿਸਦਾ, ਖੂਨ ਗਰੀਬਾਂ ਦਾ। ਔਰ ਭਾਈ ਲਾਲੋ ਦੇ ਘਰ ਦੇ ਕੋਧਰੇ ਦਾ ਪ੍ਰਸ਼ਾਦਾ ਸੁੱਕਾ, ਉਹਦੇ ਵਿੱਚ ਅੰਮ੍ਰਿਤ ਹੈ, ਉਹਦੇ 'ਚ ਦੁੱਧ ਵਰਸਦਾ ਹੈ, ਅੰਮ੍ਰਿਤ ਹੈ। ਔਰੇ ਗੁਰਦੇਵ ਨੇ ਉੱਥੇ ਪ੍ਰਗਟ ਕਰਕੇ ਵੀ ਵਿਖਾਇਆ। ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ 'ਚ ਕਈ ਗੁਣਾ ਵੱਧ ਸਵਾਦ ਹੈ ਮਲਕ ਭਾਗੋ ਤੇਰੇ ਨਾ ਪੂੜਿਆਂ ਨਾਲੋਂ। ਸੰਤਨ ਕਾ ਦਾਨਾ ਰੂਖਾ, ਤੇ ਸਾਕਤ ਦੇ ਘਰ ਵਿੱਚ ਬਣਿਆ ਸੀ ਭੋਜਨ। ਮਲਕ ਭਾਗੋ ਸਾਕਤ ਹੈ, ਦੁਰਜਨ ਹੈ, ਉਹਦੇ ਘਰ ਦੇ ਬਣੇ ਪੂੜੇ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਨਹੀਂ ਕੀਤੇ। ਮਲਕ ਭਾਗੋ ਦੇ ਘਰ ਦੇ ਪੂੜੇ ਛੱਡ ਕੇ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਗੁਰਦੇਵ ਨੇ ਸਵੀਕਾਰ ਕੀਤਾ। ਕਿਉਂ ਭਾਈ? ਕਿਉਂਕਿ ਉਹਦੀ ਕਿਰਤ ਵਿਰਤ ਦੀ ਕਮਾਈ ਦਾ, ਧਰਮ ਦੀ ਕਮਾਈ ਦਾ ਪੈਸਾ ਹੈ, ਧਰਮ ਦੀ ਕੀਤੀ ਹੋਈ ਕਿਰਤ ਦਾ। ਤੇ ਮਲਕ ਭਾਗੋ ਨੇ ਚੋਰੀਆਂ ਕੀਤੀਆਂ ਨੇ, ਲੋਕਾਂ ਤੇ ਧਿੰਗੋ ਜੋਰੀਆਂ ਕਰ ਕਰਕੇ ਪੈਸਾ ਉਗਰਾਇਆ ਸੀ। ਸਾਕਤ ਬੰਦੇ ਦੇ ਘਰ ਦੇ 36 ਪ੍ਰਕਾਰ ਦੇ ਭੋਜਨ ਮਹਾਰਾਜ ਜੀ ਕਹਿੰਦੇ ਉਹ ਜ਼ਹਿਰ ਦੇ ਮਨਿੰਦ ਹਨ। ਭਗਤ ਜਨਾ ਕਾ ਲੂਗਰਾ ਓਢ ਨਗਨ ਨਾ ਹੋਈ। ਤੇ ਰੱਬ ਦੇ ਇਹਦੇ ਬਾਬਤ ਇੱਕ ਹੋਰ ਕਥਾ ਹੁੰਦੀ। ਭਗਤ ਰਾਮਾਨੰਦ ਜੀ ਮਹਾਰਾਜ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ ਹੋਇਆ ਸੀ, ਕੁਝ ਖਾਸ ਘਰ ਸੀ ਵੀ ਉੱਥੋਂ ਹੀ ਮੰਗ ਕੇ ਲਿਆਉਣਾ ਆਟਾ ਵਗੈਰਾ। ਕੁਝ ਘਰ ਸਾਕਤਾਂ ਦੁਰਜਨਾਂ ਦੇ ਸੀ, ਕਿਹਾ ਸੀ ਵੀ ਕਦੇ ਉੱਥੋਂ ਨਾ ਲਿਆਇਓ ਮੰਗ ਕੇ। ਇੱਕ ਵਾਰ ਸੇਵਾਦਾਰ ਆਟਾ ਲਈ ਆਵੇ ਤੇ ਰਸਤੇ 'ਚ ਮੀਂਹ ਪੈਂਦਾ, ਚਿੱਕੜ 'ਚ ਪੈਰ ਤਿਲਕ ਗਿਆ ਤੇ ਉਹ ਆਟਾ ਡੁੱਲ ਗਿਆ। ਜਿਹੜੇ ਘਰੋਂ ਰਾਮਾਨੰਦ ਜੀ ਨੇ ਰੋਕਿਆ ਸੀ ਵੀ ਕਦੇ ਇਹਨਾਂ ਘਰਾਂ 'ਚੋਂ ਨਾ ਲਿਆਇਓ, ਉਹਨੇ ਆਖਿਆ ਕਿਹੜਾ ਪਤਾ ਲੱਗਣਾ, ਆਟਾ ਤਾਂ ਇੱਕੋ ਜਿਹਾ ਹੀ ਹੁੰਦਾ, ਚਾਹੇ ਉਸ ਘਰ 'ਚੋਂ ਲਿਆਓ ਤੇ ਚਾਹੇ ਇਸ ਸਾਕਤ ਦੇ ਘਰੋਂ ਲਿਆਓ, ਇਹਦੇ 'ਚ ਕਿਹੜਾ ਕੋਈ ਫਰਕ ਹੈ। ਉਹ ਸਾਕਤ ਦੇ ਘਰੋਂ ਆਟਾ ਲਿਆਇਆ ਤੇ ਪ੍ਰਸ਼ਾਦਾ ਪਕਾ ਕੇ ਰਾਮਾਨੰਦ ਜੀ ਮਹਾਰਾਜ ਜੀ ਨੂੰ ਛਕਾਇਆ। ਪ੍ਰਸ਼ਾਦਾ ਛਕ ਕੇ ਭਗਤ ਰਾਮਾਨੰਦ ਜੀ ਬਹਿ ਗਏ। ਸੁਰਤ ਨਾ ਜੁੜੇ, ਮਨ ਨਾ ਖਿੜੇ ਵੀ ਪਤਾ ਨਹੀਂ ਕਿਵੇਂ ਕਾਹਲੀ ਜੀ ਪਈ ਜਾਵੇ ਅੰਦਰ ਵੀ ਅੱਜ ਹੋ ਕੀ ਰਿਹਾ। ਆਪਣੇ ਚੇਲੇ ਨੂੰ ਸੱਦ ਕੇ ਪੁੱਛਿਆ, ਇਹ ਦੱਸੀ ਵੀ ਇਹ ਜਿਹੜਾ ਆਟੇ ਦੇ ਪ੍ਰਸ਼ਾਦੇ ਬਣਾ ਕੇ ਛਕਾਏ ਨੇ ਕਿੱਥੋਂ ਲਿਆਇਆ? ਉਹਨੇ ਸੱਚੋ ਸੱਚ ਦੱਸ ਦਿੱਤਾ, ਮਹਾਰਾਜ ਜੀ ਵੀ ਇਦਾਂ ਡੁੱਲ ਗਿਆ ਸੀ ਆਟਾ ਤੇ ਫਲਾਣੇ ਘਰੋਂ ਲਿਆਇਆ। ਉਹਨੇ ਆਖਿਆ ਸਾਕਤ ਦੇ ਘਰ ਦਾ ਭੋਜਨ ਲਿਆ ਕੇ ਸਾਨੂੰ ਛਕਾਇਆ, ਸਾਡਾ ਮਨ ਸਾਡੀ ਸੁਰਤ ਸਿਮਰਨ ਵਿੱਚ ਨਹੀਂ ਪਈ ਲੱਗਦੀ, ਇੰਨਾ ਅਸਰ ਪੈਂਦਾ ਭੋਜਨ ਦਾ, ਤਾਂ ਜ਼ਹਿਰ ਕਿਹਾ। ਸਾਕਤ ਦੇ ਘਰ ਦਾ ਭੋਜਨ ਜ਼ਹਿਰ ਦੇ ਮਨਿੰਦ ਹੈ। ਫਿਰ ਕਹਿੰਦੇ ਭਗਤ ਜਨਾ ਕਾ ਲੂਗਰਾ ਓੜ ਨਗਨ ਨਾ ਹੋਈ। ਕਿਸੇ ਮਹਾਂਪੁਰਸ਼ ਭਗਤ ਦੇ ਕੋਲੋਂ ਲੂਗਰਾ ਕਹਿੰਦੇ ਆ ਵੀ ਕੋਈ ਪੁਰਾਣਾ ਜਿਹਾ ਗਲਾ ਸੜਿਆ ਜਿਹਾ, ਜਿਵੇਂ ਭੂਰਾ ਹੁੰਦਾ, ਜਿਵੇਂ ਕੰਬਲ ਕਹਿ ਲੋ ਜਾਂ ਕੋਈ ਛੋਟੀ ਜੀ ਲੋਈ ਖੇਸੀ ਕਹਿ ਲੋ ਪੁਰਾਣੀ ਜੀ, ਉਹ ਕਿਸੇ ਮਹਾਂਪੁਰਸ਼ ਭਗਤ ਕੋਲੋਂ ਮਿਲ ਜਾਏ, ਉਹਨੂੰ ਆਪਣੇ ਤਨ ਤੇ ਧਾਰਨ ਕਰ ਲਈਏ
ਤਾਂ ਉਹਨੂੰ ਓੜ ਕੇ ਨਗਨ ਨਹੀਂ ਹੋਈਦਾ, ਬੇਪਤ ਨਹੀਂ ਹੋਈਦਾ, ਬੇਆਬਰੂ ਨਹੀਂ ਹੋਈਦਾ, ਲੋਕ ਪਰਲੋਕ ਵਿੱਚ ਸੋਭਾ ਹੋਣ ਲੱਗ ਪੈਂਦੀ ਹੈ ਜੇ ਕਿਸੇ ਮਹਾਂਪੁਰਸ਼ ਕੋਲੋਂ ਸਿਰੇ ਪਾਓ ਮਿਲ ਜਾਏ। ਉਹ ਸਿਰੇ ਪਾਓ ਭਾਵੇਂ ਪੁਰਾਣਾ ਜਾਂ ਜੀਰਨ ਜਾਂ ਕਿਉਂ ਨਾ ਹੋਵੇ, ਖਿਦੋਲੜਾ ਜਾਂ ਕਿਉਂ ਨਾ ਹੋਵੇ, ਫਟਿਆ ਪੁਰਾਣਾ ਜਾਂ ਕਿਉਂ ਨਾ ਹੋਵੇ, ਕਹਿੰਦੇ ਉਹਨੂੰ ਪਹਿਨ ਕੇ ਨਗਨ ਨਹੀਂ ਹੋਈਦਾ, ਲੋਕ ਪਰਲੋਕ ਦੇ ਪਰਦੇ ਕੱਜੇ ਜਾਂਦੇ ਹਨ। ਸਾਕਤ ਸਿਰ ਪਾਓ ਰੇਸ਼ਮੀ, ਪਹਿਰਤ ਪਤ ਖੋਈ। ਇਹ ਸਾਕਤ ਬੰਦੇ ਦੇ ਘਰ ਦਾ ਰੇਸ਼ਮ ਦਾ ਸਿਰੇ ਪਾਓ ਵੀ ਮਿਲੇ ਨਾ, ਤੇ ਉਹਨੂੰ ਪਹਿਨ ਕੇ ਬੇਆਬਰੂ ਹੋਣਾ ਪੈਂਦਾ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਸਾਕਤ ਬੰਦੇ ਦੇ ਘਰ ਦਾ ਰੇਸ਼ਮ ਦਾ ਸਿਰੇ ਪਾਓ ਪਹਿਨ ਕੇ ਦੋਹਾਂ ਜਹਾਨਾਂ ਦੇ ਵਿੱਚ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਬੇਆਬਰੂ ਹੋਣਾ ਪੈਂਦਾ। ਪਹਿਰਤ ਪਤ ਖੋਈ, ਦੋਹਾਂ ਜਹਾਨਾਂ 'ਚ ਲੋਕ ਪਰਲੋਕ ਵਿਗੜ ਜਾਂਦਾ ਕਿਸੇ ਸਾਕਤ ਦੇ ਕੋਲੋਂ ਸਿਰੇ ਪਾਓ ਲੈ ਕੇ। ਸਾਕਤ ਸਿਓ ਮੁਖ ਜੋਰਿਆ, ਅੱਧ ਵਿੱਚੋਂ ਟੂਟਾ। ਸਾਕਤ ਬੰਦਾ, ਸਾਕਤ ਵੈਸੇ ਕਹਿੰਦੇ ਕਿਸ ਨੂੰ ਨੇ? ਜਿਹੜਾ ਮਾਇਆ ਨਾਲ ਜੁੜਿਆ ਉਹਨੂੰ ਸਾਕਤ ਕਹਿੰਦੇ ਆ। ਸ਼ਕਤੀ ਨਾਲ ਜੁੜਿਆ, ਮਾਇਆ ਨਾਲ ਜੁੜਿਆ, ਉਹ ਸਾਕਤ। ਜਿਹਨੂੰ ਕਦੇ ਰੱਬ ਚੇਤੇ ਨਾ ਆਵੇ, ਜਿਹੜਾ ਹੰਕਾਰੀ ਹੋਵੇ, ਉਹ ਸਾਕਤ ਹੈ। ਸਾਕਤ ਨਾਲ ਮੂੰਹ ਜੋੜੀਏ, ਯਾਨੀ ਕਿ ਉਹਦੀ ਸੰਗਤ ਕਰੀਏ, ਤਾਂ ਉਹਦੀ ਜਿਹੜੀ ਪ੍ਰੀਤ ਆ ਉਹ ਤੋੜ ਨਹੀਂ ਨਿਭਦੀ। ਉਹ ਆਪਣੀ ਪ੍ਰੀਤ ਅੱਧ ਵਿੱਚੋਂ ਹੀ ਤੋੜ ਲੈਂਦੇ ਆ। ਉਹਨਾਂ ਦਾ ਪ੍ਰੇਮ, ਉਹਨਾਂ ਦਾ ਸਨੇਹ ਉਹ ਤੋੜ ਨਹੀਂ ਨਿਭਦਾ, ਅੱਧ ਵਿੱਚੋਂ ਹੀ ਉਹ ਤੋੜ ਲੈਂਦੇ ਆ। ਜਦੋਂ ਜਿੰਨੀ ਦੇਰ ਤੱਕ ਉਹਦਾ ਸਵਾਰਥ ਪੂਰਾ ਹੋਵੇਗਾ ਜੁੜੇ ਰਹੇਗਾ, ਜਦੋਂ ਸਵਾਰਥ ਨਾ ਪੂਰਾ ਹੋਇਆ ਉਸੇ ਵੇਲੇ ਤੋੜ ਲਵੇਗਾ। ਹਾਂਜੀ। ਹਰ ਜਨ ਕੀ ਸੇਵਾ ਜੋ ਕਰੇ, ਇਤ ਉਤਾ ਛੂਟਾ। ਸਾਕਤ ਦੀ ਕੀਤੀ ਹੋਈ ਸੰਗਤ ਤਾਂ ਇਹ ਸੰਸਾਰ ਵਿੱਚ ਹੀ ਛੁੱਟ ਜਾਂਦੀ ਹੈ, ਪਰ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਹਰੀ ਦੇ ਜਨਾਂ ਦੀ ਕੀਤੀ ਸੇਵਾ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਨਾਲ ਨਿਭਦੀ ਹੈ। ਹਰ ਜਨ ਕੀ ਸੇਵਾ ਜੋ ਕਰੇ, ਇਤ ਉਤਾ ਛੂਟਾ। ਹਰੀ ਦੇ ਜਨਾਂ ਦੀ ਜਿਹੜਾ ਕੋਈ ਸੇਵਾ ਟਹਿਲ ਕਰਦਾ, ਉਹ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਛੁੱਟ ਜਾਂਦਾ, ਮੁਕਤ ਹੋ ਜਾਂਦਾ ਹੈ। ਸਭ ਕਿਛ ਤੁਮ ਹੀ ਤੇ ਹੋਆ, ਆਪ ਬਣਤ ਬਣਾਈ। ਹੇ ਵਾਹਿਗੁਰੂ ਜੀ, ਇਹ ਸਭ ਕੁਝ ਤੁਹਾਡੇ ਤੋਂ ਹੀ ਪੈਦਾ ਹੋਇਆ ਜੋ ਵੀ ਦਿਸ ਰਿਹਾ। ਇਹ ਜਿਤਨਾ ਵਰਤਾਰਾ ਮਹਾਰਾਜ ਤੁਹਾਡੇ ਤੋਂ ਹੀ ਵਰਤ ਰਿਹਾ। ਇਹ ਸਾਰੀ ਬਣਤ ਵਾਹਿਗੁਰੂ ਜੀ ਤੁਹਾਡੀ ਬਣਾਈ ਹੋਈ ਹੈ। ਇਹ ਸਾਰੀ ਬਣਾਵਟ ਤੁਹਾਡੀ ਸਿਰਜੀ ਹੋਈ ਹੈ। ਦਰਸ਼ਨ ਭੇਟਤ ਸਾਧਕਾ, ਨਾਨਕ ਗੁਣ ਗਾਈ। ਸਾਧੂਆਂ ਦੇ ਦਰਸ਼ਨ ਕਰਕੇ, ਮੈਂ ਉਹਨਾਂ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ, ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, ਅਕਾਲ ਪੁਰਖ ਨਿਰੰਕਾਰ ਵਿਧਾਤੇ ਦੇ ਗੁਣ ਗਾਉਂਦਾ ਹਾਂ, ਪਾਰ ਬ੍ਰਹਮ ਪਰਮੇਸ਼ਰ ਦੇ ਗੁਣ ਗਾਉਂਦਾ ਹਾਂ, ਸਾਧੂ ਜਨਾਂ ਦੀ ਸੰਗਤ ਕਰਕੇ, ਉਹਨਾਂ ਦੇ ਦਰਸ਼ਨ ਕਰਕੇ। ਉਹ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਾਧੂਆਂ ਦੇ ਸੰਗ ਦਾ ਪ੍ਰਤਾਪ ਤੇ ਸਾਕਤਾਂ ਦੀ ਸੰਗਤ ਦਾ ਨੁਕਸਾਨ ਗੁਰਦੇਵ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਵਿੱਚ ਦਰਸਾਇਆ। ਤਦੇ ਗੁਰਦੇਵ ਨੇ ਬਾਰੰਬਾਰ ਸਾਨੂੰ ਹੁਕਮ ਕੀਤਾ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉ ਕਰ ਉਲਟੀ ਰੇ। ਸਾਕਤਾਂ ਤੇ ਦੁਰਜਨਾਂ ਨਾਲੋਂ ਆਪਣਾ ਮਨ ਉਲਟਾ ਲੈ, ਆਪਣੀ ਬਿਰਤੀ ਉਲਟਾ ਲੈ। ਝੂਠੈ ਕੀਰੇ ਝੂਠ ਪ੍ਰੀਤੀ, ਛੁਟਕੀ ਰੇ ਮਨ ਛੁਟਕੀ ਰੇ। ਇਹਨਾਂ ਦੀ ਪ੍ਰੀਤ ਵਿੱਚ ਹੀ ਛੁੱਟ ਜਾਣ ਵਾਲੀ ਹੈ, ਇਹ ਸदैवी ਨਾਲ ਨਹੀਂ ਨਿਭਦੀ।